ਸਵਾਗਤ ਹੈ ਜੀ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਪਹਿਲਾਂ ਸਿੱਖਾਂ ਦੇ ਵਿੱਚ ਪ੍ਰਚਾਰ ਘੱਟ ਹੁੰਦਾ ਸੀ ਪਰ ਸਿੱਖ ਮਜ਼ਬੂਤ ਹੁੰਦੇ ਸੀ। ਅੱਜ ਪ੍ਰਚਾਰ ਦੀ ਕੋਈ ਘਾਟ ਨਹੀਂ। ਮੀਡੀਆ ਵਿੱਚ ਵੀ ਪ੍ਰਚਾਰ ਹੋ ਰਿਹਾ ਹੈ, ਗੁਰਦੁਆਰਿਆਂ 'ਚ ਵੀ ਪ੍ਰਚਾਰ ਹੋ ਰਿਹਾ ਹੈ। ਪਰ ਕੀ ਕਾਰਨ ਹੈ ਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਸਿੱਖ ਜਿਹੜੇ ਹਨ ਉਹ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ। ਅੱਜ ਪਤਿਤਪੁਣਾ ਵੱਧਦਾ ਜਾ ਰਿਹਾ ਹੈ ਅਤੇ ਗੁਰਬਾਣੀ ਨਾਲ ਜੋ ਪਿਆਰ ਸੀ, ਸਨੇਹ ਸੀ, ਉਸ ਤੋਂ ਵੀ ਵਿਖਾਵੇ ਵੱਲ ਜ਼ਿਆਦਾ ਅਸੀਂ ਤੁਰਦੇ ਫਿਰਦੇ ਪਏ ਹਾਂ। ਇਸੇ ਸੰਬੰਧ ਵਿੱਚ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦਾ ਇਸ ਵਿੱਚ ਕੀ ਰੋਲ ਹੈ, ਆਓ ਇਸ ਸੰਬੰਧ ਵਿੱਚ ਕੋਈ ਜਾਣਕਾਰੀ ਲੈਂਦੇ ਹਾਂ ਭਾਈ ਸਾਹਿਬ ਭਾਈ ਬਲਜੀਤ ਸਿੰਘ ਤਲਵੰਤ ਤੋਂ, ਜਿਹੜੇ ਕਿ ਪੰਥ ਦੇ ਪ੍ਰਸਿੱਧ ਕਥਾਵਾਚਕ ਹਨ। ਜੀ ਆਇਆਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ, ਅੱਜ ਪ੍ਰਚਾਰ ਦੀ ਤਾਂ ਕੋਈ ਘਾਟ ਹੀ ਨਹੀਂ ਹੈਗੀ। ਅੱਜ ਟਿਪ ਆਫ ਦਾ ਬਟਨ ਤੁਸੀਂ ਦਬਾਓ ਤਾਂ ਤੁਹਾਡੇ ਘਰ ਦੇ ਵਿੱਚ ਹੀ ਗੁਰਬਾਣੀ ਤੁਹਾਨੂੰ ਸੁਣਨ ਨੂੰ ਮਿਲ ਜਾਂਦੀ ਹੈ ਜਾਂ ਚੰਗੇ ਵਿਚਾਰ। ਪਹਿਲਾਂ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਹਾਂ ਤਾਂ ਸਿੱਖ ਜਿਹੜੇ ਸਨ ਉਹਨਾਂ ਕੋਲ ਇਹ ਸਾਧਨ ਨਹੀਂ ਸਨ, ਪਰ ਉਹ ਮਜ਼ਬੂਤ ਸਨ, ਉਹਨਾਂ ਨੂੰ ਸਿੱਖੀ ਦਾ ਪੂਰਾ ਗਿਆਨ ਸੀ ਤੇ ਸਿੱਖੀ ਵਿੱਚ ਪਰਪੱਕ ਸਨ। ਕੀ ਕਾਰਨ ਹੋਇਆ, ਕਿੱਥੇ ਫੇਲਿਅਰ ਹੋਇਆ ਸਾਡਾ? ਪ੍ਰਚਾਰ ਤਾਂ ਵਧਿਆ ਪਰ ਪ੍ਰਚਾਰਕਾਂ ਨੇ ਕੀ ਆਪਣਾ ਰੋਲ ਸਹੀ ਨਹੀਂ ਨਿਭਾਇਆ ਜਾਂ ਪ੍ਰਬੰਧਕ ਜਿਹੜੇ ਨੇ ਉਹ ਫੇਲ ਹੋਏ ਨੇ? ਜੀ ਵੇਖੋ, ਤਿੰਨ ਚੀਜ਼ਾਂ ਨੇ, ਸੰਗਤ, ਪ੍ਰਬੰਧਕ ਤੇ ਪ੍ਰਚਾਰਕ। ਜੀ ਇਹਨਾਂ ਸੰਗਤ ਜਿਹੜੀ ਹੈ ਉਹ ਗੁਰਮਤਿ ਸਿੱਖਣ ਹੀ ਆਉਂਦੀ ਹੈ ਗੁਰਦੁਆਰੇ ਵਿੱਚ। ਜੀ ਸੰਗਤ ਉੱਥੋਂ ਸਿੱਖਣ ਹੀ ਆਉਂਦੀ। ਜਿਹੜਾ ਵੀ ਕੋਈ ਪੁਰਾਣੀ ਗੁਰੂ ਕੀ ਸੰਗਤ ਵਿੱਚ ਆਉਂਦਾ, ਗੁਰਦੁਆਰੇ ਆਉਂਦਾ, ਉਹਨਾਂ ਦਾ ਪਰਪਸ ਹੁੰਦਾ ਉੱਥੋਂ ਕੁਝ ਲੈਣਾ ਹੈ। ਜੀ ਠੀਕ ਹੈ ਜੀ, ਕੋਈ ਦਾਤ ਦੇ ਰੂਪ ਦੇ ਵਿੱਚ, ਕੁਝ ਗੁਣਾਂ ਦੇ ਰੂਪ ਦੇ ਵਿੱਚ ਉੱਥੋਂ ਹਾਸਲ ਕਰਨ ਹੀ ਆਉਂਦੀ ਸੰਗਤ। ਤੇ ਉਸ ਤੋਂ ਬਾਅਦ ਦਾ ਮੇਨ ਰੋਲ ਜੋ ਹੈ ਉਹ ਦੋ ਨੇ, ਪ੍ਰਬੰਧਕ ਅਤੇ ਪ੍ਰਚਾਰਕ। ਜੀ ਤੇ ਇਹਨਾਂ ਪ੍ਰਬੰਧਕਾਂ ਦੇ ਅਤੇ ਪ੍ਰਚਾਰਕਾਂ ਦੇ ਹੱਥ ਵੱਸ ਹੈ ਕਿ ਅਸੀਂ ਸੰਗਤ ਨੂੰ ਕੀ ਦੇਣਾ ਹੈ, ਅਸੀਂ ਕੀ ਸੰਗਤ ਦੇ ਸਾਹਮਣੇ ਪਰੋਸ ਕੇ ਰੱਖਣਾ ਹੈ। ਜੀ ਤੇ ਉਹਦੇ ਵਿੱਚ ਜੋ ਖਾਸ ਸਥਾਨ ਦੋਵਾਂ ਦਾ ਹੈ, ਮੈਨੇਜਮੈਂਟ ਦਾ ਵੀ ਹੈ ਅਤੇ ਨਾਲ ਪ੍ਰਚਾਰਕਾਂ ਦਾ ਵੀ ਹੈ। ਜੀ ਮੈਨੇਜਮੈਂਟ ਜੋ ਹੈ, ਪ੍ਰਚਾਰਕ ਪ੍ਰਬੰਧਕ ਜੋ ਨੇ, ਉਹਨਾਂ ਦਾ ਜੋ ਮੇਨ ਕਾਰਜ ਇਹ ਹੈ ਕਿ ਉਹ ਸਭ ਤੋਂ ਪਹਿਲੀ ਤੇ ਇਹ ਗੱਲ ਹੈ, ਪ੍ਰਬੰਧਕ ਉਹ ਹੋਣਾ ਚਾਹੀਦਾ ਹੈ ਜਿਹੜਾ ਰਹਿਤ ਬਹਿਤ ਦੇ ਵਿੱਚ ਪਹਿਲਾਂ ਖੁਦ ਪ੍ਰਪੱਕ ਹੋਵੇ। ਜੀ ਪ੍ਰਬੰਧਕ ਜਿਸ ਨੂੰ ਖੁਦ ਨੂੰ ਹੀ ਸਿੱਖ ਧਰਮ ਦੇ ਬਾਰੇ, ਸਿੱਖ ਫਿਲਾਸਫੀ ਬਾਰੇ, ਗੁਰਬਾਣੀ ਬਾਰੇ ਸਮਝ ਨਹੀਂ ਹੈ, ਗਿਆਨ ਨਹੀਂ ਹੈ, ਫਿਰ ਉਹ ਉਸੇ ਢੰਗ ਦਾ ਪ੍ਰਚਾਰਕ ਲਿਆਵੇਗਾ ਜਿਹੋ ਜਿਹਾ ਉਹ ਖੁਦ ਪਸੰਦ ਕਰਦਾ ਹੈ। ਜੇ ਉਸ ਨੂੰ ਖੁਦ ਗੁਰਮਤਿ ਦੀ ਸਮਝ ਹੈ, ਖੁਦ ਉਹ ਗੁਰਮਤਿ ਤੋਂ ਚੰਗੀ ਤਰ੍ਹਾਂ ਜਾਣੂ ਹੈ, ਤਾਂ ਫਿਰ ਉਹ ਗੁਰਮਤਿ ਨੂੰ ਸਮਝਣ ਵਾਲਾ, ਚੰਗੇ ਢੰਗ ਨਾਲ ਸਮਝਾਉਣ ਵਾਲਾ ਪ੍ਰਚਾਰਕ ਸੰਗਤ ਦੇ ਸਾਹਮਣੇ ਲਿਆਵੇਗਾ। ਜੀ ਇਸ ਲਈ ਸਭ ਤੋਂ ਪਹਿਲੀ ਗੱਲ ਇਹ ਕਿ ਉਸ ਨੂੰ ਰਹਿਤ ਬਹਿਤ ਦੀ ਪੂਰੀ ਸਮਝ ਹੋਣੀ ਚਾਹੀਦੀ ਹੈ। ਦੂਸਰੀ ਗੱਲ ਇਹ ਹੈ ਕਿ ਉਹ ਸਿੱਖੀ ਸਿਧਾਂਤਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ। ਜੀ ਉਸ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਸਿੱਖੀ ਸਿਧਾਂਤ ਅਸਲ ਵਿੱਚ ਹੈ ਕੀ ਨੇ। ਜੀ ਉਹ ਇਹਨਾਂ ਗੱਲਾਂ ਤੇ ਵਿਸ਼ਵਾਸ ਕਰਨ ਵਾਲਾ ਨਹੀਂ ਹੋਣਾ ਚਾਹੀਦਾ ਕਿ ਜੋ ਪਿਛਲਾ ਚੱਲਦਾ ਆ ਰਿਹਾ ਹੈ ਉਹਦੇ ਅਨੁਸਾਰ ਹੀ, ਉਹ ਉਸ ਅਨੁਸਾਰ ਚੱਲਣ ਵਾਲਾ ਨਾ ਹੋਵੇ, ਉਹ ਨਵੀਂ ਸੋਚ ਵਾਲਾ ਹੋਵੇ। ਜਿਵੇਂ ਉਹ ਗੁਰੂ ਨਾਨਕ ਸਾਹਿਬ ਜੀ ਦੀ ਜਾਂ ਗੁਰਬਾਣੀ ਦੀ ਵਿਚਾਰਧਾਰਾ ਅਨੁਸਾਰ ਚੱਲਣ ਵਾਲਾ ਹੋਵੇ। ਉਹ ਕਿਸੇ ਸੰਪਰਦਾਇ ਜਾਂ ਕਿਸੇ ਖਾਸ ਸੰਸਥਾ ਜਾਂ ਕੋਈ ਪੋਲੀਟੀਕਲ ਸੰਸਥਾ ਦੇ ਨਾਲ ਰਿਲੇਟਡ ਨਾ ਹੋਵੇ। ਉਹਦਾ ਸਿਰਫ ਤੇ ਸਿਰਫ ਮਤਲਬ ਜਿਹੜਾ ਹੈ, ਮਕਸਦ ਜਿਹੜਾ ਹੈ, ਉਹ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਕਰਨਾ ਹੋਵੇ, ਨਾ ਕਿ ਗੁਰਦੁਆਰੇ ਦੇ ਵਿੱਚ ਕਿਸੇ ਰਾਜਨੀਤਿਕ ਬੁਲਾਰਿਆਂ ਨੂੰ ਬੁਲਾਉਣਾ ਜਾਂ ਕੋਈ ਹੋਰ ਇਹੋ ਜਿਹਾ ਕੋਈ ਰਾਜਨੀਤਿਕ ਪ੍ਰੋਗਰਾਮ ਉਲੀਕਣਾ। ਕਿਉਂਕਿ ਗੁਰਦੁਆਰੇ ਦੇ ਵਿੱਚ ਰਾਜਨੀਤਿਕ ਪ੍ਰੋਗਰਾਮ ਦੀ ਕੋਈ ਥਾਂ ਨਹੀਂ, ਕਿਉਂਕਿ ਇੱਥੇ ਸਿਰਫ ਧਰਮ ਦੀ ਗੱਲ ਹੋਣੀ ਹੈ, ਰੱਬ ਦੀ ਗੱਲ ਹੋਣੀ। ਇਸ ਲਈ ਇੱਥੇ ਸਿਰਫ ਤੇ ਸਿਰਫ ਧਰਮ ਦੇ ਸੰਬੰਧ ਦੇ ਵਿੱਚ ਹੀ ਗੱਲ ਹੋਣੀ ਚਾਹੀਦੀ ਹੈ ਤੇ ਇਹ ਉਸ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ, ਉਹ ਸਿੱਖੀ ਸਿਧਾਂਤਾਂ ਤੋਂ ਜਾਣੂ ਹੋਵੇ। ਦੂਸਰੀ ਗੱਲ, ਉਹ ਉਦਮੀ ਹੋਣਾ ਚਾਹੀਦਾ ਹੈ। ਤੀਸਰਾ ਪੁਆਇੰਟ ਜਿਹੜਾ, ਉਹ ਉਦਮੀ ਹੋਵੇ ਤੇ ਹੰਕਾਰ ਰਹਿਤ ਹੋਵੇ। ਜੇ ਪ੍ਰਬੰਧਕ ਜਿਹੜਾ ਹੈ ਉਹ ਉਦਮੀ ਨਹੀਂ, ਜੇ ਉਹਦੇ ਵਿੱਚ ਉਦਮ ਨਹੀਂ ਹੈ ਤੇ ਉਹ ਪ੍ਰਬੰਧਕ ਕੋਈ ਵੀ ਕਾਰਜ ਸਹੀ ਢੰਗ ਨਾਲ ਉਹ ਨੇਪਰੇ ਨਹੀਂ ਚਾੜ ਸਕੇਗਾ। ਜੇ ਉਹ, ਕਿਉਂਕਿ ਪ੍ਰਬੰਧਕ ਦਾ ਇਹ ਫਰਜ਼ ਬਣਦਾ ਹੈ ਕਿ ਜੋ ਵੀ ਉਸਨੇ ਬੁਲਾਰਾ ਸੱਦਿਆ ਹੈ, ਜੋ ਵੀ ਉਸਨੇ ਬੁਲਾਰਾ ਆਪਣੇ ਕੋਲ ਪ੍ਰਚਾਰਕ ਬੁਲਾਇਆ ਹੈ, ਉਸ ਨੂੰ ਸਹੀ ਢੰਗ ਨਾਲ ਉਹ ਕਰੇ, ਸਹੀ ਢੰਗ ਨਾਲ ਉਹਦੇ ਰਹਿਣ ਦਾ, ਉਹਦੇ ਰਹਿਣ ਸਹਿਣ ਦਾ ਪ੍ਰਬੰਧ ਕਰੇ। ਅਤੇ ਉਸ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਜਿਹੜਾ ਇਸ ਤੋਂ ਪਹਿਲਾਂ ਬੁਲਾਰਾ ਆਇਆ ਸੀ, ਜਿਹੜਾ ਇਸ ਕਥਾਵਾਚਕ ਜਾਂ ਪ੍ਰਚਾਰਕ ਰਾਗੀ ਢਾਡੀ ਤੋਂ ਪਹਿਲਾਂ ਜਿਹੜਾ ਬੰਦਾ ਆ ਕੇ ਗਿਆ ਹੈ, ਉਹ ਆਹ ਚੀਜ਼ ਸੁਣਾ ਕੇ ਗਿਆ ਸੰਗਤਾਂ ਨੂੰ। ਜੀ ਉਹਨੇ ਆਹ ਇਤਿਹਾਸ ਸੁਣਾਇਆ ਜਾਂ ਉਹਨੇ ਟੌਪਿਕ ਲੈ ਕੇ, ਗੁਰਬਾਣੀ ਲੈ ਕੇ ਕੋਈ ਲੜੀਵਾਰ ਵਿਚਾਰ ਸੁਣਾਈ ਹੈ ਸੰਗਤਾਂ ਨੂੰ, ਤੇ ਅਗਲਾ ਬੁਲਾਰਾ ਵੀ ਕਈ ਵਾਰ ਉਹੀ ਗੱਲ ਆ ਕੇ ਸੁਣਾ ਦਿੰਦਾ। ਜੀ ਤੇ ਇਸ ਗੱਲ ਦੀ ਪ੍ਰਬੰਧਕ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਪਹਿਲਾ ਬੁਲਾਰਾ ਜਿਹੜਾ ਉਹ ਕੀ ਸੁਣਾ ਕੇ ਗਿਆ, ਤੇ ਉਸ ਆਉਣ ਵਾਲੇ ਬੁਲਾਰੇ ਨੂੰ ਪ੍ਰਬੰਧਕ ਪਹਿਲਾਂ ਇਹ ਟੌਪਿਕ ਦੇਵੇ ਕਿ ਤੁਸੀਂ ਇਸ ਫਲਾਣੇ ਗੁਰੂ ਸਾਹਿਬ ਜੀ ਦਾ ਆਹ ਇਤਿਹਾਸ ਸੁਣਾਉਣਾ
ਜਾਂ ਤੁਸੀਂ ਆਹ ਸੁਖਮਨੀ ਸਾਹਿਬ ਜਾਂ ਆਸਾ ਕੀ ਵਾਰ ਇਸ ਬਾਣੀ ਦੀ ਵਿਆਖਿਆ ਕਰਨੀ। ਤੇ ਜਦੋਂ ਇਸ ਢੰਗ ਨਾਲ ਚੱਲੇਗਾ ਸੰਗਤ ਨੂੰ ਦੇ ਪੱਲੇ ਵੀ ਕੁਝ ਚੰਗੇ ਗੁਣ ਚੰਗੀਆਂ ਗੱਲਾਂ ਪੈਣਗੀਆਂ। ਕਈ ਵਾਰਾਂ ਬਹੁਤੀ ਵਾਰਾਂ ਕੋਈ ਇੱਕ ਬੰਦਾ ਗੁਰਮਤਿ ਦੀ ਗੱਲ ਕਰਕੇ ਜਾਂਦਾ ਹੈ, ਦੂਸਰਾ ਪ੍ਰਚਾਰਕ ਆਉਂਦਾ ਉਹਦੇ ਉੱਤੇ ਪਾਣੀ ਫੇਰ ਜਾਂਦਾ ਜੀ। ਤੇ ਇਸ ਲਈ ਪ੍ਰਬੰਧਕ ਨੂੰ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਜਿਹੜਾ ਪਹਿਲਾਂ ਬੁਲਾਰਾ ਬੋਲ ਕੇ ਗਿਆ ਉਹ ਕੀ ਬੋਲ ਕੇ ਗਿਆ ਹੈ ਜੀ, ਕੀ ਉਹ ਗੁਰਮਤਿ ਦੇ ਅਨੁਸਾਰ ਗੱਲਾਂ ਕਰਕੇ ਗਿਆ ਹੈ। ਜੇ ਗੁਰਮਤਿ ਤੋਂ ਉਲਟ ਕਰਕੇ ਗਿਆ ਤੇ ਉਸ ਨੂੰ ਉਸ ਬੰਦੇ ਨੂੰ ਰੋਕਣ ਦੀ ਜਾਂ ਉਹਦੇ ਨਾਲ ਸਵਾਲ ਜਵਾਬ ਕਰਨ ਦੀ ਵੀ ਹਿੰਮਤ ਹੋਣੀ ਚਾਹੀਦੀ ਹੈ ਜੀ। ਉਹਦੇ ਅੰਦਰ ਇਹ ਵੀ ਉਦਮ ਹੋਣਾ ਚਾਹੀਦਾ ਹੈ ਕਿ ਉਹ ਵੱਧ ਚੜ ਕੇ ਇਹ ਨਹੀਂ ਕਿ ਸਿਰਫ ਉਹ ਹਫ਼ਤੇ ਬਾਅਦ ਜਾਂ ਵੀਕਐਂਡ ਤੇ ਜਾਂ ਕਿਤੇ ਸੰਗਰਾਂਦ ਤੇ ਗੁਰਦੁਆਰੇ ਆਵੇ। ਉਹਦਾ ਫਰਜ਼ ਬਣਦਾ ਹੈ ਕਿ ਜਿੱਥੇ ਰੋਜ਼ ਕਥਾਵਾਚਕ ਜਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਹਾਜ਼ਰੀ ਭਰਦੇ ਨੇ ਗੁਰੂ ਘਰ ਦੇ ਵਿੱਚ, ਉੱਥੇ ਉਸ ਪ੍ਰਬੰਧਕ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵੀ ਐਜ਼ ਆ ਪ੍ਰਬੰਧਕ ਹੋਣ ਦੀ ਬਜਾਏ ਐਜ਼ ਆ ਸਿੱਖ ਹੋਣ ਦੀ ਬਜਾਏ ਰੋਜ਼ ਉੱਥੇ ਹਾਜ਼ਰੀ ਭਰੇ। ਇਹ ਉਸ ਪ੍ਰਬੰਧਕ ਦਾ ਵੀ ਫਰਜ਼ ਬਣਦਾ ਹੈ। ਅਗਲੀ ਗੱਲ ਹੈ ਕਿ ਉਹ ਸੱਜੇ ਅਤੇ ਸਹੀ ਪ੍ਰੋਗਰਾਮ ਗੁਰਮਤਿ ਦੇ ਅਨੁਕੂਲ ਸੰਗਤ ਦੇ ਵਿੱਚ ਉਹਨਾਂ ਦਾ ਜੋ ਪ੍ਰਬੰਧ ਕਰੇ, ਚੰਗੇ ਢੰਗ ਦੇ ਪ੍ਰੋਗਰਾਮ ਉਲੀਕੇ ਜਾਣ, ਚੰਗੇ ਪ੍ਰੋਗਰਾਮ ਉਲੀਕੇ ਜਾਣ ਤਾਂ ਜੋ ਸੰਗਤ ਨੂੰ ਗੁਰਮਤਿ ਦੀ ਗੁਰ ਇਤਿਹਾਸ ਦੀ ਜਾਣਕਾਰੀ ਹੋਵੇ। ਜਿਵੇਂ ਕੁਝ ਐਸੇ ਇਤਿਹਾਸ ਦੇ ਵਾਕਿਆ ਹੈਗੇ ਨੇ ਹਾਲੇ ਤੱਕ ਜਿਹੜੇ ਕਿ ਸੰਗਤ ਦੇ ਵਿੱਚ ਕਦੇ ਪ੍ਰਚਾਰੇ ਹੀ ਨਹੀਂ ਗਏ। ਸਾਡਾ ਐਸਾ ਬਹੁਤ ਸਾਰਾ ਇਤਿਹਾਸ ਹਾਲੇ ਕਿਤਾਬਾਂ ਦੇ ਪੰਨਿਆਂ ਦੇ ਵਿੱਚ ਬੰਦ ਪਿਆ ਜਿਹੜਾ ਸੰਗਤ ਦੇ ਵਿੱਚ ਹਾਲੇ ਤੱਕ ਆਇਆ ਹੀ ਕੋਈ ਨਹੀਂ ਹੈ ਜੀ। ਤੇ ਇਸ ਗੱਲ ਦਾ ਖਿਆਲ ਪ੍ਰਬੰਧਕ ਨੂੰ ਹੋਣਾ ਜ਼ਰੂਰੀ ਚਾਹੀਦਾ ਤੇ ਉਹ ਉਸ ਢੰਗ ਨੂੰ ਉਸ ਤਰੀਕੇ ਨਾਲ ਉਸ ਸੰਗਤ ਨੂੰ ਉਸ ਢੰਗ ਨਾਲ ਮੇਨਟੇਨ ਕਰੇ ਤੇ ਉਹ ਪ੍ਰੋਗਰਾਮ ਉਲੀਕੇ ਕਿ ਸੰਗਤ ਦੇ ਵਿੱਚ ਸੱਚ ਪਹੁੰਚੇ ਜੀ, ਸੰਗਤ ਦੇ ਵਿੱਚ ਸਹੀ ਗੱਲਾਂ ਪਹੁੰਚਣ। ਐਸਾ ਨਾ ਹੋਵੇ ਕਿ ਪ੍ਰਬੰਧਕ ਜਿਹੜਾ ਹੈ, ਜਿਵੇਂ ਆਪਾਂ ਦੇਖਦੇ ਹਾਂ ਕਿ ਬਾਰ-ਬਾਰ ਕਦੇ ਢਾਡੀ ਵੀ ਉਹੀ ਗੱਲ ਸੁਣਾ ਜਾਂਦੇ ਨੇ, ਕਥਾਵਾਚਕ ਵੀ ਉਹੀ ਗੱਲ ਸੁਣਾ ਜਾਂਦਾ ਹੈ, ਰਾਗੀ ਵੀ ਉਹੀ, ਸਾਰੀਆਂ ਉਹੀ ਕੁਝ ਚੱਲਦਾ ਰਹਿੰਦਾ, ਉਹੀ ਇਤਿਹਾਸ ਦੁਹਰਾਇਆ ਜਾਂਦਾ ਰਹਿੰਦਾ ਹੈ, ਉਹੀ ਸਭ ਕੁਝ। ਪਰ ਜਿਹੜੀਆਂ ਕੁਝ ਇਤਿਹਾਸ ਦੇ ਐਸੇ ਪੰਨੇ ਨੇ, ਚਾਹੇ ਉਹ ਗੁਰੂ ਇਤਿਹਾਸ ਹੈ ਚਾਹੇ ਉਹ ਸਿੱਖ ਇਤਿਹਾਸ ਹੈ, ਜਿਹੜਾ ਹਾਲੇ ਤੱਕ ਲੁਕਿਆ ਹੋਇਆ ਜੀ, ਜਿਹੜਾ ਸੰਗਤਾਂ ਦੇ ਸਾਹਮਣੇ ਨਹੀਂ ਆਇਆ, ਇਸ ਗੱਲ ਨੂੰ ਪ੍ਰਬੰਧਕ ਨੂੰ ਚੰਗੀ ਤਰ੍ਹਾਂ ਇਸ ਗੱਲ ਦਾ ਜਾਣੂ ਹੋਣਾ ਚਾਹੀਦਾ ਹੈ ਤੇ ਇਹੋ ਜਿਹੇ ਨਵੇਂ ਪ੍ਰੋਗਰਾਮ ਉਲੀਕਣੇ ਚਾਹੀਦੇ ਨੇ। ਤੇ ਦੂਸਰੀ ਆਖਰੀ ਗੱਲ ਜਿਹੜੀ ਪ੍ਰਬੰਧਕਾਂ ਦੇ ਸੰਬੰਧ ਵਿੱਚ ਮੈਂ ਇੱਕ ਹੋਰ ਕਹਾਂਗਾ ਕਿ ਉਹਦਾ ਪ੍ਰਚਾਰਕ ਦੇ ਨਾਲ ਜਿਹੜਾ ਹੈ ਵਿਵਹਾਰ ਜੋ ਹੈ, ਵਰਤੋਂ ਵਿਵਹਾਰ, ਉਹ ਬੜਾ ਸੁਚੱਜਾ ਅਤੇ ਚੰਗਾ ਹੋਣਾ ਚਾਹੀਦਾ ਜੀ। ਕਿਉਂਕਿ ਕਈ ਵਾਰ ਐਸਾ ਹੁੰਦਾ ਹੈ ਕਿ ਜਦੋਂ ਤੇ ਕੋਈ ਆਉਂਦਾ ਨਾਮਵਰ ਪ੍ਰਚਾਰਕ ਜੀ, ਜਿਵੇਂ ਕੋਈ ਜਿਹਦਾ ਬੜਾ ਪ੍ਰਸਿੱਧ ਹੈ, ਪੰਥ ਦੇ ਵਿੱਚ ਪ੍ਰਸਿੱਧ ਕੋਈ ਰਾਗੀ ਹੈ ਜਾਂ ਕਥਾਵਾਚਕ ਹੈ ਜਾਂ ਕੋਈ ਢਾਡੀ ਹੈ, ਜਦੋਂ ਉਹ ਬੰਦਾ ਆਉਂਦਾ ਤੇ ਉਹਦੇ ਬਾਰੇ ਵਿੱਚ ਮਹੀਨਾ ਪਹਿਲਾਂ ਹੀ ਅਨਾਉਂਸਮੈਂਟਸ ਸ਼ੁਰੂ ਹੋ ਜਾਂਦੀਆਂ ਨੇ ਜਾਂ ਉਹਦੇ ਬਾਰੇ ਸੰਬੰਧ ਵਿੱਚ ਪੋਸਟਰ ਛਪਾ ਦਿੱਤੇ ਜਾਂਦੇ ਨੇ, ਵੱਡੇ ਵੱਡੇ ਫਲੈਕਸ ਲਗਾ ਦਿੱਤੇ ਜਾਂਦੇ ਨੇ। ਤੇ ਜਦੋਂ ਕੋਈ ਆਮ ਬੰਦਾ ਆਉਂਦਾ ਜਿਹਨੂੰ ਹਾਲੇ ਕੋਈ ਇੰਨਾ ਜਾਣਦਾ ਨਹੀਂ ਹੈ ਤੇ ਉਹਦੇ ਬਾਰੇ ਵਿੱਚ ਅਨਾਉਂਸਮੈਂਟ ਵੀ ਨਹੀਂ ਕੀਤੀ ਜਾਂਦੀ, ਉਹਦੇ ਬਾਰੇ ਵਿੱਚ ਦੱਸਿਆ ਵੀ ਨਹੀਂ ਜਾਂਦਾ ਕਿ ਫਲਾਣਾ ਬੰਦਾ ਕੋਈ ਸਾਡੇ ਕੋਲੇ ਇੱਥੇ ਪ੍ਰਚਾਰ ਕਰਨ ਵਾਸਤੇ ਆ ਰਿਹਾ। ਤੇ ਇਸ ਗੱਲ ਦੀ, ਕਿਉਂਕਿ ਪ੍ਰਚਾਰਕ ਜੋ ਹੈ ਜਿਹੜਾ ਸਟੇਜ ਤੇ ਬਹਿ ਗਿਆ, ਚਾਹੇ ਕੋਈ ਸੰਤ ਹੈ ਚਾਹੇ ਕੋਈ ਢਾਡੀ ਰਾਗੀ, ਉਹ ਉਸ ਸਮੇਂ ਪ੍ਰਚਾਰਕ ਹੈ, ਉਸ ਵੇਲੇ ਉਹਦੀ ਹੋਰ ਕੋਈ ਉਹਦਾ ਰੁਤਬਾ ਨਹੀਂ, ਉਹਦਾ ਉਸ ਵੇਲੇ ਰੁਤਬਾ ਸਿਰਫ ਪ੍ਰਚਾਰਕ ਹੈ। ਤੇ ਉਸ ਨੂੰ ਹਰ ਇੱਕ ਬੰਦੇ ਨੂੰ, ਜਿਹੜਾ ਵੀ ਮੈਨੇਜਰ ਹੈ ਜਾਂ ਜਿਹੜਾ ਵੀ ਪ੍ਰਬੰਧ ਚਲਾਉਣ ਵਾਲਾ ਹੈ, ਉਸ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਪ੍ਰਬੰਧਕ ਦਾ ਕੰਮ ਇਹ ਹੈ ਕਿ ਉਹ ਸਾਰਿਆਂ ਪ੍ਰਚਾਰਕਾਂ ਨੂੰ ਇੱਕੋ ਜਿਹਾ ਸਮਝੇ, ਕਿਸੇ ਨਾਲ ਵਿਤਕਰਾ ਨਾ ਕਰੇ ਕਿ ਆਹ ਫਲਾਣਾ ਬੰਦਾ ਚੰਗਾ, ਇਹਦੀ ਐਡਵਰਟਾਈਜ਼ਮੈਂਟ ਕਰੋ, ਆਹ ਇਹਨੂੰ ਕੋਈ ਜਾਣਦਾ ਕੋਈ ਨਹੀਂ, ਇਹਦਾ ਕੋਈ ਨਾਂ ਹੀ ਨਾ ਲਓ। ਫਿਰ ਉਹ ਗੱਲ ਜਿਹੜੀ ਹੈ ਉਹ ਪ੍ਰਚਾਰਕ ਦੇ ਮਨ ਤੇ ਵੀ ਬੁਰਾ ਅਸਰ ਪੈਂਦਾ ਇਸ ਗੱਲ ਦਾ, ਤੇ ਸੰਗਤ ਦੇ ਮਨ ਤੇ ਵੀ ਪ੍ਰਭਾਵ ਪੈਂਦਾ ਹੈ। ਤੇ ਇਸ ਲਈ ਅੱਜ ਇਹਨਾਂ ਗੱਲਾਂ ਤੋਂ ਸਾਡੇ ਪ੍ਰਬੰਧਕਾਂ ਨੂੰ ਵੀ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ ਤੇ ਉਹ ਸਹੀ ਢੰਗ ਨਾਲ ਤਾਂ ਹੀ ਉਹ ਗੁਰਮਤਿ ਦਾ ਜਿਹੜਾ ਸਹੀ ਢੰਗ ਨਾਲ ਪ੍ਰਚਾਰ ਅਤੇ ਪ੍ਰਸਾਰ ਕਰ ਸਕਣਗੇ। ਸੋ ਅਗੇਨ ਉਹੀ ਗੱਲ ਆ ਗਈ ਕਿ ਇਹ ਹੋਣਾ ਚਾਹੀਦਾ ਪਰ ਇਹ ਹੋ ਨਹੀਂ ਰਿਹਾ, ਕਿਉਂਕਿ ਜਿੱਥੇ ਸਿਆਸਤ ਦੀ ਤੁਸੀਂ ਗੱਲ ਕੀਤੀ, ਅੱਜ ਸਿਆਸਤ ਭਾਰੂ ਹੋਈ ਪਈ ਜੀ। ਬਿਲਕੁਲ, ਕਿਉਂਕਿ ਗੁਰਦੁਆਰਿਆਂ ਦੇ ਵਿੱਚ ਤਾਂ ਉਹ ਥਾਂ ਜਿੱਥੇ ਕਿ ਸਹੀ ਬੋਲਣਾ ਚਾਹੀਦਾ ਸੀ, ਸਹੀ ਪ੍ਰਚਾਰ ਹੋਣਾ ਚਾਹੀਦਾ ਸੀ, ਕਈ ਥਾਵਾਂ ਤੇ ਇਹ ਵੀ ਵੇਖਿਆ ਜਾਂਦਾ ਹੈ ਕਿ ਪ੍ਰਚਾਰ ਜਿਹੜਾ ਹੈਗਾ ਉਹ ਜਿਹੜੇ ਤੁਹਾਡੇ ਪ੍ਰਚਾਰਕ ਹੁੰਦੇ ਨੇ ਉਹ ਸਹੀ ਵੀ ਨਹੀਂ ਬੋਲ ਸਕਦੇ, ਕਿਉਂਕਿ ਜਿਹੜਾ ਪ੍ਰਬੰਧਕ ਨੇ ਉਹ ਕੁਝ ਹੋਰ ਚਾਹੁੰਦੇ। ਹਾਂ, ਐਸਾ ਕਈ ਵਾਰ ਸਾਡੇ ਨਾਲ ਵਾਪਰਦਾ ਜੀ। ਬਹੁਤੀਆਂ ਸਟੇਜਾਂ ਤੇ ਐਸਾ ਹੁੰਦਾ ਹੈ ਕਿ ਪ੍ਰਬੰਧਕ ਜਨ ਇਹ ਆਖ ਦਿੰਦੇ ਨੇ ਤੁਸੀਂ ਇਸ ਵਿਸ਼ੇ ਤੇ ਨਹੀਂ ਬੋਲ ਸਕਦੇ, ਤੁਸੀਂ ਅੰਮ੍ਰਿਤ ਤੇ ਨਹੀਂ ਬੋਲ ਸਕਦੇ, ਤੁਸੀਂ ਸ਼ਰਾਬ ਤੇ ਨਹੀਂ ਬੋਲ ਸਕਦੇ, ਤੁਸੀਂ ਇੱਥੋਂ ਤੱਕ ਤੁਸੀਂ ਕਿਸੇ ਸੰਤ ਦੇ ਖਿਲਾਫ ਨਹੀਂ ਬੋਲ ਸਕਦੇ, ਤੁਸੀਂ ਕਿਸੇ ਦੇ ਖਿਲਾਫ ਨਹੀਂ ਬੋਲ ਸਕਦੇ। ਕੁਝ ਬਹੁਤ ਜ਼ਿਆਦੀਆਂ ਪਾਬੰਦੀਆਂ ਲਾ ਦਿੱਤੀਆਂ ਜਾਂਦੀਆਂ। ਫਿਰ ਮੈਂ ਅਕਸਰ ਕਹਿ ਦਿੰਦਾ ਹੁੰਦਾ ਵਾਂ, ਜੇ ਅਸੀਂ ਇਹਨਾਂ ਸਾਰਿਆਂ ਤੇ ਬੋਲ ਨਹੀਂ ਸਕਦੇ ਤੇ ਅਸੀਂ ਬੋਲ ਕਿੱਥੇ ਸਕਦੇ ਹਾਂ? ਕਿੱਥੇ ਹੈ? ਐਂਡ ਫਿਰ ਉਹ ਚੀਜ਼ ਗੁਰਦੁਆਰੇ 'ਚ ਨਹੀਂ ਬੋਲ ਸਕਦੇ ਤਾਂ ਕਿੱਥੇ ਬੋਲੋ? ਵੀ ਜੇ ਅਸੀਂ ਸੱਚ ਗੁਰਦੁਆਰੇ ਵਿੱਚ ਨਹੀਂ ਬੋਲਾਂਗੇ ਤੇ ਫਿਰ ਅਸੀਂ ਹੋਰ ਦੱਸੋ ਮੰਦਰ ਮਸਜਿਦ ਵਿੱਚ ਜਾ ਕੇ ਬੋਲਾਂਗੇ? ਰਾਈਟ।
ਪਰ ਇਹਦੇ ਵਿੱਚ ਇੱਕ ਹੁਣ ਗੱਲ ਆਉਂਦੀ ਹੈ ਕਿ ਆਫਟਰ ਆਲ ਜਿਹੜੇ ਪ੍ਰਬੰਧਕ ਬਣੇ ਨੇ ਉਹ ਤਾਂ ਸੰਗਤ ਵਿੱਚੋਂ ਹੀ ਗਏ ਜੀ। ਸੋ ਸੰਗਤ ਵੀ ਜਿਹੜੀ ਹੈਗੀ ਉਹ ਵੀ ਓਵੇਸਲੀ ਹੋ ਗਈ, ਕਿਉਂਕਿ ਸੰਗਤ ਵੀ ਗੁਰਦੁਆਰੇ ਵਿੱਚ ਜਾਣ ਦਾ ਸਿਰਫ ਇੱਕ ਆਪਣਾ ਇੱਕ ਰਿਚੁਅਲ ਬਣਾ ਲਿਆ ਕਿ ਅਸੀਂ ਗਏ। ਕਈਆਂ ਦਾ ਮੰਤਵ ਤਾਂ ਕੁਝ ਹੋਰ ਹੁੰਦਾ ਕਿ ਜੀ ਲੰਗਰ ਛਕ ਲਾਂਗੇ, ਕਈਆਂ ਦਾ ਹੁੰਦਾ ਚਲੋ ਜੀ ਕਿ ਅਸੀਂ ਉੱਥੇ ਜਾਵਾਂਗੇ ਤੇ ਮੱਥਾ ਟੇਕ ਕੇ ਆ ਗਏ ਤੇ ਗੱਲ ਮੁੱਕ ਗਈ। ਪ੍ਰਬੰਧ ਜਿਹੋ ਜਿਹਾ ਮਰਜ਼ੀ ਹੋਏ, ਮੈਂ ਕੀ ਲੈਣਾ ਹੈ। ਬਿਲਕੁਲ, ਇਹ ਵੀ ਇੱਕ ਅਵੇਸਲਾਪਨ ਜੋ ਆ ਗਿਆ ਕਿ ਇਹ ਇੱਕ ਵੱਡਾ ਕਾਰਨ ਤੁਸੀਂ ਸਮਝਦੇ ਹੋ ਕਿ ਪ੍ਰਬੰਧਕ ਆਪਣੀ ਮਨਮਰਜ਼ੀ ਕਰਦੇ ਨੇ। ਹਾਂ, ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ, ਕਿਉਂਕਿ ਵੇਖੋ ਇੱਕ ਆਮ ਗੱਲ ਹੈ ਕਿ ਜਦੋਂ ਜਿਵੇਂ ਪੰਜਾਬ ਦੇ ਵਿੱਚ ਐਸਾ ਹੈ ਹੁਣ ਵੀ, ਜਾਂ ਪਹਿਲਾਂ ਵੀ ਐਸਾ ਤੁਸੀਂ ਵੇਖਿਆ ਕਿ ਜਦੋਂ ਗਟਰ ਨੂੰ ਸਾਫ਼ ਕਰਨਾ ਹੋਵੇ ਨਾ ਤੇ ਉਹਦੇ ਵਿੱਚ ਵੜਨਾ ਪੈਂਦਾ, ਉਹਨੂੰ ਆਪਾਂ ਦੂਰੋਂ ਰਹਿ ਕੇ ਸਾਫ਼ ਨਹੀਂ ਕਰ ਸਕਾਂਗੇ। ਚਲੋ ਅੱਜ ਟੈਕਨੀਕ ਆ ਗਈ, ਉਹ ਗੱਲ ਹੋਰ ਹੈ। ਭਾਵ ਕਹਿਣ ਦਾ ਮਤਲਬ ਹੈ ਕਿ ਜਦੋਂ ਕਿਸੇ ਨੂੰ ਸੁਧਾਰਨਾ ਹੈ ਤੇ ਉਹਦੇ ਵਿੱਚ ਜਾਓ, ਉਹਦੇ ਤੋਂ ਨਫ਼ਰਤ ਕਰਕੇ ਪਿੱਛੇ ਨਾ ਹਟੋ। ਜਿਵੇਂ ਕੁਝ ਬੰਦੇ ਆਖ ਦਿੰਦੇ ਨੇ ਜੀ ਮੈਨੇਜਮੈਂਟ ਠੀਕ ਨਹੀਂ ਹੈ, ਅਸੀਂ ਕੀ ਲੈਣਾ ਹੈ, ਅਸੀਂ ਤੇ ਮੱਥਾ ਟੇਕਣਾ ਹੈ, ਕਥਾ ਕੀਰਤਨ ਸੁਣਨ ਤੇ ਚਲੇ ਜਾਣਾ। ਉਹ ਕੋਈ ਗੱਲ ਨਹੀਂ। ਜੇ ਅਸੀਂ ਚਾਹੁੰਦੇ ਹਾਂ ਸੁਧਾਰ ਲਿਆਉਣਾ, ਜੇ ਅਸੀਂ ਚਾਹੁੰਦੇ ਹਾਂ ਕਿ ਮੈਨੇਜਮੈਂਟ ਠੀਕ ਹੋਵੇ, ਪ੍ਰਚਾਰਕ ਸ਼੍ਰੇਣੀ ਠੀਕ ਹੋਵੇ, ਸਾਰਾ ਮਾਹੌਲ ਠੀਕ ਹੋਵੇ, ਤੇ ਸਾਨੂੰ ਖੁਦ ਆਪਣੇ ਵੱਲੋਂ ਕੋਈ ਨਾ ਕੋਈ ਉਦਮ ਕਰਨਾ ਪਏਗਾ। ਜੇ ਅਸੀਂ ਖੁਦ ਉਦਮ ਨਹੀਂ ਕਰਾਂਗੇ, ਕੋਸ਼ਿਸ਼ ਨਹੀਂ ਕਰਾਂਗੇ, ਤੇ ਇਹ ਸਾਡਾ ਸਿਸਟਮ ਜਿਹੜਾ ਕਦੇ ਵੀ ਠੀਕ ਨਹੀਂ ਹੋ ਪਾਏਗਾ। ਸੋ ਜਿੱਥੇ ਪ੍ਰਬੰਧਕਾਂ ਦਾ ਇੱਕ ਬਹੁਤ ਵੱਡਾ ਰੋਲ ਹੈ ਜੀ, ਜਿਹਦੇ 'ਚ ਬਹੁਤ ਥਾਵਾਂ ਦੇ ਉੱਤੇ ਫੇਲ ਹੋਏ, ਕਈ ਥਾਵਾਂ ਤੇ ਕਾਮਯਾਬ ਵੀ ਹੋਏ, ਲੇਕਿਨ ਪ੍ਰਚਾਰਕ ਜਿਹੜੇ ਨੇ ਉਹਨਾਂ ਨੇ ਵੀ ਕੀ ਆਪਣੀ ਡਿਊਟੀ ਜਿਹੜੀ ਹੈ ਸਹੀ ਤਰੀਕੇ ਨਾਲ ਨਿਭਾਈ, ਇਹਦੇ ਬਾਰੇ ਗੱਲਬਾਤ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ ਜੀ। ਪ੍ਰਬੰਧਕ ਅਤੇ ਪ੍ਰਚਾਰਕਾਂ ਨਾਲ ਹੀ ਗੁਰਦੁਆਰੇ ਦੇ ਵਿੱਚ ਸਹੀ ਤਰੀਕੇ ਨਾਲ ਪ੍ਰਚਾਰ ਹੋ ਸਕਦਾ ਹੈ, ਪਰ ਕਿਉਂ ਨਹੀਂ ਅੱਜ ਅਸੀਂ ਕਾਮਯਾਬ ਹੋ ਰਹੇ ਕਿ ਅਸੀਂ ਨੌਜਵਾਨਾਂ ਨੂੰ ਖਾਸ ਤੌਰ 'ਤੇ ਗੁਰਦੁਆਰੇ ਨਾਲ ਜੋੜ ਸਕ ਰਹੇ ਹਾਂ। ਉਸ ਤੋਂ ਇਲਾਵਾ ਵੀ ਅਸੀਂ ਦੇਖ ਰਹੇ ਹਾਂ ਕਿ ਗੁਰਦੁਆਰਿਆਂ ਵਿੱਚ ਕਈ ਥਾਵਾਂ 'ਤੇ ਕਈ ਕਰਮਕਾਂਡ ਹੁੰਦੇ ਨੇ ਜਿਹੜੇ ਕਿ ਗੁਰਬਾਣੀ ਦੇ ਬਿਲਕੁਲ ਉਲਟ ਕੀਤਾ ਜਾ ਰਿਹਾ ਹੁੰਦਾ ਹੈ। ਲੋਕ ਜਿਹੜੇ ਹਨ, ਯਾਨੀ ਕਿ ਸੰਗਤ ਜੋ ਹੈ ਉਹ ਵੀ ਕਿਉਂ ਅਵੇਸਲੀ ਹੁੰਦੀ ਜਾ ਰਹੀ ਹੈ, ਇਸ ਸੰਬੰਧ ਵਿੱਚ ਗੱਲਬਾਤ ਚੱਲ ਰਹੀ। ਤੇ ਆਓ ਹੋਰ ਜਾਣਕਾਰੀ ਲੈਂਦੇ ਹਾਂ ਕਿ ਪ੍ਰਚਾਰਕਾਂ ਦੀ ਜੋ ਡਿਊਟੀ ਹੋਣੀ ਚਾਹੀਦੀ ਸੀ ਪੂਰੀ, ਕਿ ਉਹ ਨਿਭਾ ਰਹੇ ਨੇ। ਇਸ ਬਾਰੇ ਗੱਲਬਾਤ ਕਰਨਗੇ ਬਲਜੀਤ ਸਿੰਘ ਜੀ। ਧੰਨਵਾਦ ਜੀ। ਹਾਂਜੀ ਜੀ ਭਾਈ ਸਾਹਿਬ, ਇੱਕ ਵਾਰ ਫਿਰ ਸੋ ਬ੍ਰੇਕ ਤੋਂ ਪਹਿਲਾਂ ਜਿਸ ਤਰ੍ਹਾਂ ਪ੍ਰਬੰਧਕਾਂ ਦੀ ਜੋ ਅਸੀਂ ਗੱਲ ਕੀਤੀ ਹੈ, ਹੁਣ ਤੁਹਾਡੀ ਸ਼੍ਰੇਣੀ ਵਾਲੀ ਪਾਸੇ ਥੋੜਾ ਜਿਹਾ ਝਾਤ ਮਾਰ ਲਈਏ। ਇੱਥੇ ਵੀ ਪੀੜੀ ਥੱਲੇ ਛੋਟਾ ਫੇਰ ਲਈਏ, ਕਿਉਂਕਿ ਅੱਜ ਇਹ ਵੀ ਵੇਖਣ ਨੂੰ ਮਿਲ ਰਿਹਾ ਹੈ ਕਿ ਅੱਜ ਜਿਹੜਾ ਬਾਬਾਡਮ ਸਿੱਖੀਜ਼ਮ ਵਿੱਚ ਵੱਧਦਾ ਜਾ ਰਿਹਾ ਹੈ ਤੇ ਪ੍ਰਚਾਰ ਵੀ ਕਈ ਕਿਸਮ ਦਾ ਹੋ ਰਿਹਾ ਹੈ, ਤੇ ਬਜਾਏ ਕਿ ਗੁਰੂ ਦੇ ਸਿਧਾਂਤ ਨਾਲ ਜੋੜਿਆ ਜਾਂਦਾ, ਅੱਜ ਲੋਕਾਂ ਵਿੱਚ ਹੋਰ ਵਹਿਮ ਭਰਮ ਜਿਹੜੇ ਨੇ ਉਹ ਤੁਹਾਡੀ ਸ਼੍ਰੇਣੀ ਵੱਲੋਂ ਪਾਏ ਜਾ ਰਹੇ ਨੇ। ਬਿਲਕੁਲ ਪਾਏ ਜਾ ਰਹੇ ਨੇ। ਤੁਹਾਡਾ ਜੋ ਰੋਲ ਹੈ ਉਸ ਪ੍ਰਤੀ ਮੈਂ ਚਾਹਾਂਗਾ, ਤੁਸੀਂ ਕੀ ਦੇਖ ਰਹੇ ਹੋ ਜਿੱਥੇ ਦੁਨੀਆ ਭਰ ਵਿੱਚ ਜਾ ਕੇ ਤੁਸੀਂ ਪ੍ਰਚਾਰ ਕਰਦੇ ਹੋ? ਪਿਛਲੇ 4-5 ਸਾਲ ਤੋਂ ਮੈਂ ਇਸ ਲਾਈਨ ਦੇ ਵਿੱਚ ਆਇਆ ਹੋਇਆ ਵਾਂ ਜੀ, ਤੇ ਮੈਨੂੰ ਬਹੁਤੇ ਪ੍ਰਚਾਰਕ, ਜਾਂ ਮੈਂ 98% 97% ਆਖ ਦੇਵਾਂ, ਤੇ ਬਹੁਤੇ ਪ੍ਰਚਾਰਕ ਐਸੇ ਨੇ ਜਿਹੜੇ ਮਨਮਤ ਦਾ ਹੀ ਪ੍ਰਚਾਰ ਕਰਦੇ ਨੇ, ਕਿਉਂਕਿ ਉਹ ਲੋਕ ਨੇ ਜਿਹੜੇ ਕਿਸੇ ਉੱਚੀ ਸੰਸਥਾ ਤੋਂ ਪੜ੍ਹੇ ਹੋਏ ਨਹੀਂ। ਇਹ ਕਿਸੇ ਡੇਰੇ ਤੋਂ, ਕਿਸੇ ਇਹੋ ਜਿਹੀ ਸੰਸਥਾ ਤੋਂ ਪੜ੍ਹੇ ਹੋਏ ਨੇ ਜਿਹੜੀ ਕੋਈ ਸੰਪਰਦਾ ਹੈ, ਜਿਹੜੇ ਸਮੇਂ ਦੇ ਅਨੁਸਾਰ ਨਹੀਂ ਚੱਲਦੇ ਜੀ। ਜੋ ਇਹਨਾਂ ਦੀ ਪਿਛਲੇ ਬਜ਼ੁਰਗਾਂ ਨੇ, ਬਾਬਿਆਂ ਨੇ ਆਖਿਆ, ਉਹਦੇ ਅਨੁਸਾਰ ਹੀ ਚੱਲੀ ਜਾਂਦੇ ਨੇ ਕਿ ਜੀ ਸਾਡੇ ਬਾਬਾ ਜੀ ਇੰਜ ਕਹਿੰਦੇ ਸਨ, ਅਸੀਂ ਉਹਦੇ ਤੋਂ ਟਸ ਤੇ ਮਸ ਨਹੀਂ ਹੋਣਾ, ਅਸੀਂ ਉਵੇਂ ਹੀ ਚੱਲਣਾ। ਤੇ ਉਹਦਾ ਕੀ ਹੁੰਦਾ, ਨੁਕਸਾਨ ਹੋ ਰਿਹਾ। ਜਦ ਕਿ ਜਿਹੜਾ ਹੈ ਧਰਮ ਸਮੇਂ ਦੇ ਅਨੁਸਾਰ ਹੈ, ਆਪਾਂ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲਣਾ ਹੈ। ਕਿਉਂਕਿ ਵੇਖੋ, ਪਹਿਲੇ ਸਮੇਂ ਵਿੱਚ ਅਸੀਂ ਕਿਸੇ ਹੋਰ ਢੰਗ ਨਾਲ ਰਹਿੰਦੇ ਸਾਂ, ਜਾਂ ਇੱਥੋਂ ਦੀ ਗੱਲ ਕਰ ਲਈਏ, ਇੰਡੀਆ ਵਿੱਚ ਸਾਡਾ ਜੀਵਨ ਕੁਝ ਹੋਰ ਢੰਗ ਦਾ ਸੀ, ਵਿਚਰਨ ਸਾਡਾ ਕੁਝ ਵਰਤੋਂ ਵਿਹਾਰ, ਖਾਣ ਪੀਣ, ਰਹਿਣ ਸਹਿਣ। ਇੱਥੇ ਜਦੋਂ ਤੋਂ ਕੈਨੇਡਾ ਆ ਗਏ ਆ, ਉਦੋਂ ਤੋਂ ਸਾਡਾ ਰਹਿਣ ਸਹਿਣ, ਖਾਣ ਪੀਣ ਬਿਲਕੁਲ ਬਦਲ ਗਿਆ ਜੀ। ਪਰ ਧਰਮ ਵੀ ਕੁਝ ਐਸਾ ਹੈ, ਧਰਮ ਜਿਹੜਾ ਹੈ ਉਹ ਬੰਦੇ ਦੇ ਬਾਹਰੀ ਤੌਰ ਤਰੀਕਿਆਂ ਨਾਲ ਨਹੀਂ, ਉਹ ਬੰਦੇ ਦੇ ਅੰਦਰ ਦੇ ਨਾਲ ਸੰਬੰਧਿਤ ਹੈ। ਮਨੁੱਖ ਦੇ ਮਨ ਨੂੰ ਬਦਲਦਾ ਹੈ ਧਰਮ, ਨਾ ਕਿ ਬਾਹਰ ਨੂੰ। ਬਾਹਰ ਦੇ ਨਾਲ ਸੰਬੰਧ ਨਹੀਂ। ਅੱਜ ਵੇਖੋ, ਗੁਰੂ ਨਾਨਕ ਸਾਹਿਬ ਜੀ ਨੇ ਗੱਲ ਆ ਕੀਤੀ ਸੀ ਕਿ ਸ਼ਬਦ ਗੁਰੂ ਜੀ। ਹੁਣ ਜੇ ਗੁਰੂ ਦਾ ਸਰੀਰ ਗੁਰੂ ਨਹੀਂ ਹੈ, ਸ਼ਬਦ ਗੁਰੂ ਹੈ, ਤਾਂ ਫਿਰ ਇਹ ਵੀ ਗੱਲ ਹੈ, ਫਿਰ ਜਿਹੜਾ ਚੇਲਾ ਹੋਵੇਗਾ ਉਹ ਵੀ ਸਰੀਰ ਨਹੀਂ ਹੋਵੇਗਾ। ਤੇ ਗੁਰੂ ਸਾਹਿਬ ਨੇ ਇਸ ਕਰਕੇ ਗੱਲ ਸਪਸ਼ਟ ਕਰ ਦਿੱਤੀ, ਸੁਰਤ ਨੂੰ ਚੇਲਾ ਕਿਹਾ। ਸੁਰਤ ਨੂੰ ਚੇਲਾ ਕਿਹਾ, ਇਸ ਲਈ ਸੁਰਤ ਚੇਲਾ ਹੈ, ਗੁਰੂ ਸ਼ਬਦ ਹੈ। ਤੇ ਜਦੋਂ ਇਹ ਦੋਵੇਂ ਮਿਲਣਗੇ, ਦੋਵੇਂ ਆਪਸ ਵਿੱਚ ਜੁੜਨਗੇ, ਤਾਂ ਜੋ ਹੈ ਬਾਹਰ ਭਾਵੇਂ ਜੋ ਮਰਜ਼ੀ ਤਬਦੀਲੀ ਹੁੰਦੀ ਰਹੇ ਜੀ, ਬਾਹਰ ਸਰੀਰਕ ਤੌਰ ਤੇ ਬੇਸ਼ੱਕ ਤਬਦੀਲੀ ਹੁੰਦੀ ਰਹੇ, ਪਰ ਅੰਦਰੋਂ ਸ਼ਬਦ ਤੇ ਸੁਰਤ ਦਾ ਸੁਮੇਲ ਹੋਇਆ ਰਹਿਣਾ ਜ਼ਰੂਰੀ ਹੈ। ਤੇ ਇਸ ਲਈ ਜੇ ਅੱਜ ਸਾਡੀ ਇਹ ਪ੍ਰਚਾਰਕ ਸ਼੍ਰੇਣੀ ਹੈ, ਜੋ ਪਿਛਲੇ ਕਈ ਸਾਲਾਂ ਤੋਂ, ਕਈ 100 ਸਾਲਾਂ ਤੋਂ, ਮੈਂ ਇੱਕ ਸ਼ਬਦ ਵਰਤ ਲਵਾਂ ਕਿ ਜੋ ਕੁਝ ਕਿਹਾ ਜਾ ਰਿਹਾ ਕਿ ਜੀ ਸਾਡੇ ਬਾਬੇ ਇੰਜ ਕਰਦੇ ਸਨ, ਸਾਡੇ ਮਹਾਂਪੁਰਖ ਆਹ ਕਿਹਾ ਕਰਦੇ ਸਨ, ਉਹ ਉਸੇ ਢੰਗ ਨਾਲ ਅੱਜ ਲੋਕ ਵਿਚਰ ਰਹੇ ਨੇ ਜੀ।
ਤੇ ਉਹ ਜਿਹੜਾ ਕਿ ਅਸਲ ਵਿੱਚ ਗੁਰਮਤ ਤੋਂ ਉਲਟ ਹੈ। ਅਸੀਂ ਬਹੁਤ ਸਾਰੇ ਕਰਮ ਐਸੇ ਕਰੀ ਜਾ ਰਹੇ ਹਾਂ ਜਾਂ ਐਸੇ ਪ੍ਰਚਾਰੀ ਜਾ ਰਹੇ ਹਾਂ ਜਿਨ੍ਹਾਂ ਦਾ ਗੁਰਮਤ ਦੇ ਨਾਲ ਕੋਈ ਸੰਬੰਧ ਨਹੀਂ। ਜੇ ਅੱਜ ਅਸੀਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦੇ ਹਾਂ ਤੇ ਇਹ ਆਖ ਦਿੱਤਾ ਜਾਂਦਾ ਕਿ ਇਹ ਤੇ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਰਾਈਟ, ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ। ਤੁਸੀਂ ਵੇਖੋਗੇ ਕਈ ਵਾਰ ਗੁਰਦੁਆਰਿਆਂ ਦੇ ਵਿੱਚ ਸ਼ਨੀਵਾਰ ਨੂੰ ਛੋਲੇ ਆਉਂਦੇ ਨੇ, ਹੋਰ ਕਿਸੇ ਦਿਨ ਨਹੀਂ ਆਣਗੇ, ਸ਼ਨੀਵਾਰ ਨੂੰ ਹੀ ਆਣਗੇ। ਤੇ ਉਹਦਾ ਕਾਰਨ ਕੀ ਹੈ? ਇਹ ਹਿੰਦੂ ਧਰਮ ਦਾ ਇਹ ਦਿਨ ਹੈ, ਸ਼ਨੀ ਦੇਵਤੇ ਨਾਲ ਸੰਬੰਧਿਤ ਹੈ। ਤੇ ਉਸ ਦਿਨ ਜਿਹੜਾ ਛੋਲੇ ਦਾਨ ਕੀਤੇ ਜਾਂਦੇ ਨੇ, ਲੋਹਾ ਦਾਨ ਕੀਤਾ ਜਾਂਦਾ, ਤੇਲ ਦਾਨ ਕੀਤਾ ਜਾਂਦਾ। ਚਲੋ ਮੁਬਾਰਕ ਉਹਨਾਂ ਨੂੰ, ਹਾਂਜੀ, ਉਹਨਾਂ ਦਾ ਧਰਮ ਉਹਨਾਂ ਨੂੰ ਮੁਬਾਰਕ। ਬਿਲਕੁਲ। ਪਰ ਇਹ ਸਿੱਖੀਜ਼ਮ ਦੇ ਵਿੱਚ ਵੀ ਆ ਗਿਆ। ਐਬਸੋਲੂਟਲੀ। ਤੇ ਅਸੀਂ ਇਹਨੂੰ ਰੋਕਣ ਦੀ ਲੱਖ ਕੋਸ਼ਿਸ਼ ਕਰ ਰਹੇ ਹਾਂ, ਲੱਖ ਪ੍ਰਚਾਰ ਕਰ ਰਹੇ ਹਾਂ। ਪ੍ਰਬੰਧਕ ਵੀ ਕੋਈ ਪ੍ਰਬੰਧਕ ਇਸ ਗੱਲ ਤੇ ਖਿਆਲ ਦੇ ਰਿਹਾ ਹੈ, ਪਰ ਫਿਰ ਵੀ ਸੰਗਤ ਦੇ ਵਿੱਚ ਇਸ ਗੱਲ ਦੀ ਅਵੇਅਰਨੈਸ ਨਹੀਂ ਆ ਰਹੀ, ਇਸ ਗੱਲ ਦੀ ਸਮਝ ਨਹੀਂ ਆ ਰਹੀ ਹੈ। ਵੱਡੇ ਵੱਡੇ ਸਾਡੇ ਗੁਰ ਇਤਿਹਾਸ ਸਥਾਨ, ਉਹਨਾਂ ਤੇ ਵੀ ਇਹ ਕੁਝ ਹੋ ਰਿਹਾ। ਦਿੱਲੀ ਵਰਗੇ ਵੱਡੇ ਵੱਡੇ ਸਥਾਨਾਂ ਤੇ ਵੀ ਇਹ ਕੁਝ ਵੇਖਣ ਨੂੰ ਮਿਲ ਰਿਹਾ ਹੈ। ਤੇ ਉਹਦੇ ਵਿੱਚ ਕੁਝ ਸਾਡੀ ਪ੍ਰਚਾਰਕ ਸ਼੍ਰੇਣੀ ਦਾ ਵੀ ਬਹੁਤ ਰੋਲ ਹੈ। ਤੇ ਕਿਉਂਕਿ ਉਹ ਇਹ ਦਾਅਵਾ ਤੇ ਕਰਦੇ ਨੇ ਕਿ ਅਸੀਂ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਾਂ, ਪਰ ਜਿੱਥੇ ਸੱਚ ਬੋਲਣਾ ਹੁੰਦਾ ਹੈ ਉੱਥੇ ਬੋਲਿਆ ਕੋਈ ਨਹੀਂ ਜਾਂਦਾ। ਠੀਕ। ਕਿਉਂਕਿ ਜਿੱਥੇ ਬਹਿ ਕੇ, ਜਿਵੇਂ ਆਪਾਂ ਮੀਡੀਆ ਰਾਹੀਂ ਹੁਣ ਇਸ ਥਾਂ ਤੇ ਬੈਠੇ ਆ, ਇੱਥੋਂ ਆਪਾਂ ਸੱਚ ਪ੍ਰਚਾਰ ਰਹੇ ਹਾਂ ਤੇ ਸੱਚ ਸੰਗਤ ਵਿੱਚ ਪਹੁੰਚੇਗਾ। ਜੇ ਆਪਾਂ ਇੱਥੇ ਰਹਿ ਕੇ ਬਹਿ ਕੇ ਕੂੜ ਕਬਾੜ ਬੋਲੀ ਜਾਵਾਂਗੇ, ਮਨਮਤ ਦੀਆਂ ਗੱਲਾਂ ਕਰੀ ਜਾਵਾਂਗੇ, ਤੇ ਸੰਗਤ ਦੇ ਵਿੱਚ ਵੀ ਫਿਰ ਉਹੀ ਕੁਝ ਫੈਲੇਗਾ। ਇਸ ਲਈ ਪ੍ਰਚਾਰਕ ਸ਼੍ਰੇਣੀ ਨੂੰ ਅੱਜ ਇਸ ਗੱਲ ਨੂੰ ਖਾਸ ਤੌਰ ਤੇ ਸਮਝਣਾ ਚਾਹੀਦਾ ਹੈ ਕਿ ਜਿਹੜਾ ਪਹਿਲੀ ਗੱਲ ਪ੍ਰਚਾਰਕ ਹੈ ਉਹ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ, ਅਨਪੜ੍ਹ ਨਹੀਂ। ਜੀ। ਕਿਉਂਕਿ ਅੱਜ ਅਨਪੜ੍ਹ ਬੰਦੇ ਨੂੰ ਇਸ ਦੁਨੀਆ ਦੇ ਅੰਦਰ, ਸੰਸਾਰ ਵਿੱਚ ਕੋਈ ਥਾਂ ਨਹੀਂ ਹੈ। ਪਹਿਲੀ ਗੱਲ, ਉਹ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਹੈ। ਜੀ। ਪੜ੍ਹਿਆ ਲਿਖਿਆ ਹੋਵੇਗਾ, ਉਸ ਨੂੰ ਦੁਨੀਆ ਦੇ ਤੌਰ ਤਰੀਕਿਆਂ ਦਾ ਪਤਾ ਹੋਏਗਾ ਕਿ ਕਿਵੇਂ ਸੰਸਾਰ ਦੇ ਵਿੱਚ ਵਿਚਰਨਾ ਹੈ, ਕਿਸੇ ਮੁਲਕ ਦੇ ਵਿੱਚ ਕਿਵੇਂ ਵਿਚਰਨਾ ਹੈ, ਉਸ ਨੂੰ ਇਸ ਗੱਲ ਦੀ ਸਮਝ ਹੋਵੇਗੀ ਪੜ੍ਹੇ ਲਿਖੇ ਇਨਸਾਨ ਨੂੰ। ਤੇ ਦੂਸਰੀ ਗੱਲ, ਉਹ ਪ੍ਰਚਾਰਕ ਕਹਿਣੀ ਤੇ ਕਥਨੀ ਕਰਨੀ ਦਾ ਪੂਰਾ ਹੋਣਾ ਚਾਹੀਦਾ ਕਿ ਜੋ ਕੁਝ ਉਹ ਸਟੇਜ ਤੋਂ ਕਹਿ ਕੇ ਗਿਆ ਉਹ ਖੁਦ ਦੇ ਉਹਦੇ ਜੀਵਨ ਦੇ ਵਿੱਚ ਹੋਵੇ। ਜੇ ਉਹਦੇ ਖੁਦ ਦੇ ਜੀਵਨ ਵਿੱਚ ਉਹ ਗੱਲਾਂ ਨਹੀਂ ਤਾਂ ਉਹਦਾ ਉਹ ਬੋਲਿਆ ਹੋਇਆ ਸੰਗਤ ਉੱਤੇ ਵੀ ਕੋਈ ਬਹੁਤਾ ਪ੍ਰਭਾਵ ਨਹੀਂ ਛੱਡੇਗਾ। ਜੀ। ਇਸ ਲਈ ਇਹ ਗੱਲ ਜ਼ਰੂਰੀ ਹੈ ਕਿ ਉਹ ਖੁਦ ਕਥਨੀ ਤੇ ਕਰਨੀ ਦਾ ਪੂਰਾ ਹੋਵੇ ਅਤੇ ਗੁਰੂ ਕੀ ਸੰਗਤ ਨੂੰ ਗੁਰਮਤਿ ਦ੍ਰਿੜ ਕਰਵਾਵੇ। ਨਾ ਕਿ ਇਹ ਆਖੇ ਕਿ ਸਾਡੇ ਮਹਾਂਪੁਰਖ ਇੰਜ ਕਿਹਾ ਕਰਦੇ ਸਨ ਜਾਂ ਇੰਜ ਕਿਹਾ ਦੱਸਿਆ ਕਰਦੇ ਸਨ। ਇਹ ਗੱਲਾਂ ਦੱਸਣ ਦੀ ਬਜਾਏ ਉਹ ਇਹ ਦੱਸੇ ਕਿ ਗੁਰੂ ਕੀ ਕਹਿੰਦਾ ਹੈ। ਠੀਕ। ਗੁਰੂ ਦੀ ਮੱਤ ਕੀ ਹੈ। ਆਪਾਂ ਗੁਰਦੁਆਰੇ ਵਿੱਚ ਗੁਰੂ ਦੀ ਮੱਤ ਦਰਸਾਣੀ ਹੈ, ਨਾ ਕਿ ਆਪਣੇ ਬਜ਼ੁਰਗਾਂ ਦੀ। ਬਿਲਕੁਲ ਜੀ। ਸਾਡੇ ਕੋਲ ਤਾਂ 1430 ਪੰਨੇ ਪਰਲਸ ਆਫ ਵਿਜ਼ਡਮ, ਜਿਹੜੀ ਇੰਨਾ ਗਿਆਨ ਪਿਆ ਹੈ, ਉਸ ਨੂੰ ਹੀ ਅਸੀਂ ਪ੍ਰਚਾਰੀਏ ਤੇ ਸਾਡੇ ਕੋਲ ਖਤਮ ਨਹੀਂ ਹੁੰਦਾ। ਪਰ ਅਸੀਂ ਬਜਾਏ ਕਿ ਉੱਤੇ ਫੋਕਸ ਕਰੀਏ, ਹੋਰ ਬਾਹਰ ਦੀਆਂ ਇੱਧਰ ਉੱਧਰ ਦੀਆਂ ਕਹਾਣੀਆਂ ਦੇ ਵਿੱਚ ਲੋਕਾਂ ਨੂੰ ਇਮੋਸ਼ਨਲੀ, ਮੈਂ ਜੇ ਕਹਾਂ ਕਿ ਇਨਵੋਲਵ ਕਰ ਲਿੱਤਾ ਜਾਂਦਾ ਹੈ। ਪਰ ਇੱਥੇ ਇਹ ਵੀ ਪ੍ਰਚਾਰਕਾਂ ਦਾ ਉੱਤੇ ਉਹੀ ਗੱਲ ਆ ਗਈ ਕਿ ਪ੍ਰਚਾਰਕ ਵੀ, ਕਿਉਂਕਿ ਉਹਨਾਂ ਨੇ ਵੀ ਰੋਟੀ ਕਮਾਣੀ, ਉਹਨਾਂ ਨੇ ਵੀ ਲੋਕਾਂ ਨੂੰ ਇਮੋਸ਼ਨਲ ਜੇ ਨਹੀਂ ਕਰਨਗੇ, ਕੋਈ ਇਹੋ ਜਿਹੀਆਂ ਗੱਲਾਂ ਨਹੀਂ ਕਰਨਗੇ, ਤੇ ਲੋਕਾਂ ਦਾ ਹੱਥ ਕਿਵੇਂ ਜੇਬ ਵਿੱਚ ਜਾਏਗਾ। ਸੋ ਇਹ ਵੀ ਇੱਕ ਫਿਕਰ ਜਿਹੜਾ ਹੈਗਾ ਇੱਕ ਬਹੁਤ ਵੱਡਾ ਆ ਜਾਂਦਾ। ਇਹਦੇ ਬਾਰੇ ਮੈਂ ਚਾਹਾਂਗਾ ਇਹਨੂੰ ਕਿਵੇਂ ਠੀਕ ਕੀਤਾ ਜਾਏ, ਕਿਉਂਕਿ ਇਹ ਇੱਕ ਬਹੁਤ ਵੱਡੀ ਸਮੱਸਿਆ ਹੈ। ਮੈਨੇਜਮੈਂਟਸ ਬੁਲਾ ਤਾਂ ਲੈਂਦੀਆਂ ਨੇ, ਪਰ ਜਿਸ ਤਰੀਕੇ ਨਾਲ ਜੋ ਉਹਨਾਂ ਨੂੰ ਸੇਵਾ ਉਹਨਾਂ ਦੀ ਕਰਨੀ ਚਾਹੀਦੀ ਹੈ, ਜੋ ਸਹੀ ਤਰੀਕੇ ਨਾਲ, ਉਹ ਵੀ ਨਹੀਂ ਹੁੰਦੀ। ਐਂਡ ਮੈਨੂੰ ਇਹਦੇ 'ਚ ਕੋਈ ਝਿਜਕ ਨਹੀਂ ਕਹਿਣ ਦੇ ਵਿੱਚ ਕਿ ਇਹਨਾਂ ਮੁਲਕਾਂ 'ਚ ਵੀ ਆ ਕੇ 2-2 3-3 ਵਾਰੀ ਪ੍ਰਚਾਰਕ ਜਿਹੜੇ ਨੇ ਉਹ ਕਥਾ ਵੀ ਕਰਦੇ ਨੇ, ਕੀਰਤਨ ਵੀ ਕਰਦੇ ਨੇ, ਤੇ ਜਾਣ ਵਕਤ ਵਿਦਾਇਗੀ ਸਮੇਂ ਉਹਨੂੰ $100-200 ਦੇ ਦਿੱਤਾ ਜਾਂਦਾ ਹੈ ਤੇ ਇਹ ਕਹਿ ਦਿੱਤਾ ਜਾਂਦਾ ਜੀ ਤੁਸੀਂ, ਤੁਹਾਨੂੰ ਇਹ ਭੇਟਾ ਹੈ। ਤੇ ਜਿਹੜੀ ਉੱਤੋਂ ਮਾਇਆ ਹੁੰਦੀ ਹੈ ਉਹਦੇ ਉੱਤੇ ਨਜ਼ਰ ਹੁੰਦੀ ਹੈ ਪ੍ਰਬੰਧਕਾਂ ਦੀ ਜੀ ਕਿ ਇਹਨਾਂ ਨੇ ਉੱਥੋਂ ਪੂਰਾ ਕਰ ਲਿਆ ਜੀ। ਸੋ ਇਹ ਗੱਲਾਂ ਮੈਂ ਇਸ ਕਰਕੇ ਛੇੜ ਰਿਹਾ ਕਿਉਂਕਿ ਵਾਪਰਦੀਆਂ ਨੇ ਤੇ ਸ਼ਾਇਦ ਆਮ ਆਪਣੇ ਦਰਸ਼ਕਾਂ ਨੂੰ ਨਾ ਪਤਾ ਹੋਏ, ਪਰ ਇਹ ਜ਼ਰੂਰੀ ਹੈ ਕਿ ਜਦ ਤੱਕ ਅਸੀਂ ਕੁਝ ਚੇਂਜਸ ਨਹੀਂ ਲਿਆਵਾਂਗੇ ਤੇ ਕੋਈ ਚੇਂਜ ਨਹੀਂ ਆਏਗਾ। ਅੱਜ ਕ੍ਰਿਸਚਨ ਇੱਕ ਪ੍ਰਚਾਰਕ ਜਿਹੜਾ ਹੈਗਾ ਉਸਨੂੰ ਇੱਕ ਘਰ ਵੀ ਦਿੱਤਾ ਗਿਆ ਹੈ, ਉਸਨੂੰ ਪੜ੍ਹਨ ਵਾਸਤੇ ਵਜ਼ੀਫੇ ਦਿੱਤੇ ਜਾਂਦੇ ਨੇ ਤਾਂ ਕਿ ਤੁਸੀਂ ਹੋਰ ਪੜ੍ਹ ਕੇ ਲੋਕਾਂ ਤੱਕ ਕ੍ਰਿਸਚੈਨਿਟੀ ਨੂੰ ਸਪਰੈਡ ਕਰੋ। ਪਰ ਆਪਣੇ ਇਸ ਖੇਤਰ ਵਿੱਚ ਪਹਿਲੀ ਗੱਲ ਤਾਂ ਕੋਈ ਆਉਣਾ ਨਹੀਂ ਚਾਹੁੰਦਾ, ਪਰ ਜਿਹੜਾ ਕੋਈ ਆਉਂਦਾ ਹੈ ਉਸ ਨੂੰ ਹੋਰ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਫੇਸ ਕਰਨੀਆਂ ਜੀ। ਇਸ ਲਾਈਨ ਦੇ ਵਿੱਚ ਪੜ੍ਹਿਆ ਲਿਖਿਆ ਵਰਗ ਅੱਜ ਨਹੀਂ ਆਉਂਦਾ ਜੀ। ਉਹਦਾ ਕਾਰਨ ਇਹ ਹੈ ਕਿਉਂਕਿ ਇੱਥੇ ਉਹਨੂੰ ਆਰਥਿਕ ਤੌਰ ਤੇ ਉਹਦੀ ਜੋ ਲੋੜਾਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ, ਕਿਉਂਕਿ ਉਹ ਵੇਖਦਾ ਹੈ ਕਿ ਗੁਰਦੁਆਰਿਆਂ ਦੇ ਵਿੱਚ ਕੰਮ ਕਰਨ ਵਾਲੇ ਗ੍ਰੰਥੀ ਜਾਂ ਸੇਵਾਦਾਰ, ਉਹਦੀ ਤਨਖਾਹ ਕਿੰਨੀ ਹੈ ਜੀ? ਲਗਭਗ 2500, 3100, 4500 ਜਾਂ ਵੱਧ ਤੋਂ ਵੱਧ 5000, ਤੇ ਇਸ ਤੋਂ ਵੱਧ ਤਨਖਾਹ ਕਿਤੇ ਵੀ ਨਹੀਂ। ਰੁਪਈਆਂ ਦੀ ਗੱਲ ਕਰ ਰਹੇ ਹੋ ਜੀ? ਹਾਂਜੀ, ਇੰਡੀਆ ਦੇ ਵਿੱਚ। ਤੇ ਜੇ ਇੱਥੋਂ ਦੀ ਗੱਲ ਕਰ ਲਈਏ, ਇੱਥੇ $500, $1000 ਜਾਂ $1200 ਠੀਕ ਗ੍ਰੰਥੀ ਦੀ ਵੇ।
ਤੇ ਕਿੱਥੋਂ ਪੂਰਾ ਕਰੇਗਾ? ਉਹ ਤੁਸੀਂ ਆਪ ਲੋੜਾਂ ਆਪਣੀਆਂ ਕਿੱਥੋਂ ਪੂਰੀਆਂ ਕਰੇਗਾ? ਹੂੰ ਉਹ ਕਿਵੇਂ ਨਾ ਉਹਨੂੰ ਫਿਰ ਕੋਈ ਨਾ ਕੋਈ ਗਲਤ ਕੰਮ ਕਰਨਾ ਪਏਗਾ ਜੀ, ਕਿਉਂਕਿ ਅੱਜ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਹੈ, ਹੋਰ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਨੇ ਜੀ, ਹੋਰ ਉਹਨੂੰ ਸੁੱਖ ਸਹੂਲਤਾਂ ਚਾਹੀਦੀਆਂ ਨੇ। ਜਿਵੇਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਜੀਵਨ ਵਿੱਚ ਸੁੱਖ ਸਹੂਲਤਾਂ ਹੋਣ, ਮੋਟਰ ਕਾਰਾਂ ਹੋਣ, ਕੀ ਉਹਦਾ ਦਿਲ ਨਹੀਂ ਕਰਦਾ? ਜਿਵੇਂ ਅਸੀਂ ਚਾਹੁੰਦੇ ਹਾਂ ਕਿ ਮੇਰਾ ਬੱਚਾ ਜਿਹੜਾ ਡਾਕਟਰ ਬਣੇ, ਇੰਜੀਨੀਅਰ ਬਣੇ, ਕੀ ਇੱਕ ਗ੍ਰੰਥੀ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਕੋਈ ਡਾਕਟਰ ਬਣੇ, ਕੋਈ ਇੰਜੀਨੀਅਰ ਬਣੇ? ਰਾਈਟ, ਉਹਦੀ ਵੀ ਆਪਣੀ ਇੱਛਾ ਹੈ, ਹਰ ਮਾਂ-ਬਾਪ ਦੀ ਆਪਣੀ ਇੱਛਾ ਹੁੰਦੀ। ਲੇਕਿਨ ਉਹ ਸਿਸਟਮ ਇੱਕ ਐਸਾ ਅਸੀਂ ਖਰਾਬ ਕ੍ਰੀਏਟ ਕਰ ਦਿੱਤਾ ਜਿਸ ਨਾਲ ਕਿ ਇਹ ਚੀਜ਼ਾਂ ਪੂਰੀ ਨਹੀਂ ਹੋ ਰਹੀਆਂ। ਜਿੱਥੇ ਅਸੀਂ ਗੱਲ ਕਰਦੇ ਹਾਂ ਕਿ ਸਿੱਖੀ ਦੇ ਵਿੱਚ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਕਿਰਤ ਦੇ ਉੱਤੇ ਜੀ, ਲੇਕਿਨ ਅੱਜ ਇਹ ਵੀ ਅਸੀਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਅੱਜ ਬਾਬਾਡਮ ਫੈਲ ਰਿਹਾ ਸਿੱਖੀਜ਼ਮ ਵਿੱਚ, ਉਹ ਲੋਕ ਜਿਹੜੇ ਕਿ ਆਪ ਤਾਂ ਕਿਰਤ ਕਰਦੇ ਨਹੀਂ ਹੈਗੇ ਅਤੇ ਉਹ ਕਥਾ ਕਹਾਣੀਆਂ ਰਾਹੀਂ ਜਿਹੜੀਆਂ ਨੇ ਲੋਕਾਂ ਨੂੰ ਇਮੋਸ਼ਨਲ ਕਰਕੇ ਉਹਨਾਂ ਦੀ ਜੇਬਾਂ ਚੋਂ ਮਾਇਆ ਕਢਾ ਲੈਂਦੇ ਨੇ। ਇਹਦੇ ਸੰਬੰਧ ਵਿੱਚ ਤੁਸੀਂ ਕਿੰਨਾ ਚਿੰਤਿਤ ਹੋ, ਕਿਉਂਕਿ ਇਹ ਵੀ ਇਹਨਾਂ ਮੁਲਕਾਂ 'ਚ ਤਾਂ ਬਹੁਤ ਜ਼ਿਆਦਾ ਫੈਲ ਰਿਹਾ, ਪੰਜਾਬ ਦਾ ਮੈਨੂੰ ਪਤਾ ਨਹੀਂ ਜੀ। ਵੇਖੋ, ਮੈਂ ਦਿੱਲੀ ਦੇ ਵਿੱਚ ਸਾਂ ਤੇ ਉੱਥੇ ਸਵੇਰੇ ਤੇ ਸ਼ਾਮ ਮੈਂ ਕਥਾ ਕਰਦਾ ਸਾਂ ਜੀ। ਮੈਂ ਇਸ ਸੰਬੰਧ ਵਿੱਚ ਪ੍ਰਬੰਧਕਾਂ ਨਾਲ ਗੱਲ ਕੀਤੀ ਕਿ ਮੈਂ ਫ੍ਰੀ ਹੁੰਨਾ, ਮੈਨੂੰ ਤੁਸੀਂ ਇਜਾਜ਼ਤ ਦੇ ਦਿਓ ਕਿ ਮੈਂ ਬਾਹਰ ਕੰਮ ਕਰ ਲਵਾਂ ਜਾ ਕੇ। ਤੇ ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ, ਕਹਿੰਦੇ ਜੀ ਤੁਸੀਂ ਇਹ ਕੰਮ ਨਹੀਂ ਕਰ ਸਕਦੇ, ਅਸੀਂ ਤੁਹਾਨੂੰ ਗੁਰਦੁਆਰੇ ਵਾਸਤੇ ਹਾਇਰ ਕੀਤਾ ਹੋਇਆ, ਸ਼ਬਦ ਵਰਤਿਆ ਉਹਨਾਂ ਨੇ ਕਿ ਤੁਹਾਨੂੰ ਅਸੀਂ ਹਾਇਰ ਕੀਤਾ ਹੋਇਆ, ਤੁਸੀਂ ਗੁਰਦੁਆਰੇ ਹੀ ਰਹਿ ਸਕਦੇ ਹੋ, ਇੱਥੇ ਦੇ ਕੰਮ ਹੀ ਕਰ ਸਕਦੇ ਹੋ, ਭਾਵੇਂ ਮੈਂ ਸਾਰਾ ਦਿਨ ਫ੍ਰੀ ਰਹਾਂ ਜਾਂ ਵਿਹਲਾ ਰਹਾਂ, ਕੋਈ ਨਹੀਂ ਮਤਲਬ, ਤੁਸੀਂ ਇੱਥੇ ਰਹਿਣਾ, ਤੁਸੀਂ ਉਸ ਟਾਈਮ ਦੇ ਵਿੱਚ ਕਿਤੇ ਜਾ ਕੇ ਕੰਮ ਨਹੀਂ ਕਰ ਸਕਦੇ। ਮੈਂ ਕਿਹਾ ਜੀ ਇੱਕ ਤੇ ਗੱਲ ਇਹ ਹੈ ਕਿ ਵੇਖੋ, ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਹਲਾ ਰਹਿਣਾ, ਸਵੇਰੇ ਕਥਾ ਕਰ ਲਈ, ਸ਼ਾਮ ਕਥਾ ਕਰ ਲਈ, ਤੇ ਮੈਂ ਉਸ ਕਈ ਵਾਰੀ ਵਿਹਲਾ ਮਨ ਉਹ ਕਿਸੇ ਕੰਮ ਨਹੀਂ। ਇਸ ਲਈ ਚਾਹੀਦਾ ਤੇ ਇਹ ਕਿ ਕੋਈ ਕੰਮ ਕਰ ਲਿਆ ਜਾਵੇ, ਚੰਗਾ ਕਰਮ, ਵੀ ਕੋਈ ਹੋਰ ਇਹਦੇ ਨਾਲ ਇਨਕਮ ਦਾ ਵੀ ਸੋਰਸ ਵੱਧ ਜਾਏਗਾ, ਕੁਝ ਹੋਰ ਵੀ ਫਾਇਦਾ ਹੋ ਜਾਏਗਾ ਤੇ ਵਿਹਲਾ ਵੀ ਨਹੀਂ ਰਹਿਣਾ ਪਏਗਾ। ਤੇ ਪ੍ਰਬੰਧਕ ਕਮੇਟੀ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਤੁਸੀਂ ਹੋਰ ਕੁਝ ਕਰ ਹੀ ਨਹੀਂ ਸਕਦੇ। ਤੇ ਅੱਜ ਜਿੱਥੇ ਕਿਰਤ ਕਰਨ ਦਾ ਇਹ ਸਿਧਾਂਤ ਸੀ, ਉਸ ਨੂੰ ਅੱਜ ਸਾਡੀ ਪ੍ਰਚਾਰਕ ਸ਼੍ਰੇਣੀ ਨੇ ਇਸੇ ਕਰਕੇ ਉਹਦੇ ਤੋਂ ਕੰਨੀ ਕਤਰਾ ਗਈ। ਖਾਸ ਕਰਕੇ ਜੋ ਇਹ ਡੇਰਾਬਾਦ ਦੀ ਗੱਲ ਹੈ, ਡੇਰਾਬਾਦ ਉੱਥੇ ਤੇ ਲੋਕਾਂ ਦੀ ਮੈਂ ਬੜਾ ਹੈਰਾਨ ਹੁੰਨਾ ਵਾ ਲੋਕਾਂ ਵੱਲੋਂ ਕਿ ਵੇਖਿਆ ਨਹੀਂ ਜਾਂਦਾ ਕਿ ਇਹ ਬੰਦਾ ਕੌਣ ਹੈ, ਕੀ ਹੈ, ਕੀ ਇਹਦਾ ਕਰਮ ਹੈ, ਕਿਹੋ ਜਿਹਾ ਇਹਦਾ ਜੀਵਨ ਹੈ, ਉਹਦੇ ਨਾਲ ਕੋਈ ਮਤਲਬ ਨਹੀਂ। ਬਸ ਇਹ ਵੇਖਿਆ ਕਿ ਸਾਧੂਆਂ ਵਾਲਾ ਪਹਿਰਾਵਾ ਹੈ ਤੇ ਬਸ ਸਾਰਿਆਂ ਨੇ, ਬੀਬੀਆਂ ਬੰਦਿਆਂ ਨੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਐਂਡ ਉੱਥੇ ਤੇ ਭਾਵੇਂ 100 500 ਰੁਪਏ ਦੇ ਦਿੱਤੇ ਜਾਣ, ਲੇਕਿਨ ਇੱਕ ਪ੍ਰਚਾਰਕ ਨੂੰ 10 ਰੁਪਏ ਦੇਂਦੇ ਵੀ ਚੁੱਕਦੇ ਹੈਗੇ। ਬਿਲਕੁਲ। ਸੋ ਇਹ ਬਿਲਕੁਲ ਜੀ, ਇਹ ਪਰਿਵਰਤਨ ਦੀ ਲੋੜ ਹੈ ਤੇ ਆਸ ਇਹੀ ਕਰਦੇ ਹਾਂ ਕਿ ਇਹ ਗੱਲਬਾਤ ਰਾਹੀਂ ਸੰਗਤਾਂ ਤੱਕ ਇਹ ਮੈਸੇਜ ਪਹੁੰਚੇ ਤਾਂ ਕਿ ਅਸੀਂ ਸੁਹਿਰਦ ਹੋਈਏ ਤੇ ਕੋਈ ਨਾ ਕੋਈ ਆਪ ਕੋਈ ਚੇਂਜ ਲਿਆਈਏ, ਨਹੀਂ ਤਾਂ ਜਿਹੜਾ ਫਿਊਚਰ ਹੈ ਉਹ ਥੋੜਾ ਜਿਹਾ ਬਲੀਕ ਹੈਗਾ, ਕੋਈ ਬਹੁਤਾ ਵਧੀਆ ਨਹੀਂ ਲੱਗਦਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਇਸ ਬੜੇ ਹੀ ਕੰਟੈਂਸ਼ੀਅਸ ਇਸ਼ੂ ਨੂੰ ਤੁਸੀਂ ਛੇੜਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪ੍ਰੋਗਰਾਮ ਦੀ ਕਰਦੇ ਹਾਂ ਜੀ ਇੱਥੇ ਹੀ ਸਮਾਪਤੀ। ਜੋ ਕੁਝ ਤੁਸੀਂ ਸੁਣਿਆ ਹੈ ਤੁਸੀਂ ਆਪ ਵੇਖੋ ਅਤੇ ਆਪ ਅੰਦਾਜ਼ਾ ਲਾਓ ਕਿ ਸਾਰੇ ਸਿਸਟਮ ਨੂੰ ਓਵਰਹਾਲ ਕਰਨ ਦੀ ਲੋੜ ਹੈ, ਪਰ ਇਹ ਕੌਣ ਕਰੇਗਾ? ਕੀ ਪ੍ਰਬੰਧਕ ਕਰਨਗੇ ਜਾਂ ਪ੍ਰਚਾਰਕ ਕਰਨਗੇ ਜਾਂ ਸੰਗਤ ਆਪ ਕਰ ਸਕਦੀ ਹੈ? ਇਸ ਵਾਸਤੇ ਜੇਕਰ ਸੰਗਤ ਅੱਗੇ ਨਹੀਂ ਆਂਦੀ ਤੇ ਇਹਨਾਂ ਛੋਟੇ-ਛੋਟੇ ਇਸ਼ੂਜ਼ ਨੂੰ ਅੱਗੇ ਲੈ ਕੇ ਇਸ ਵਿੱਚ ਪਰਿਵਰਤਨ ਨਹੀਂ ਲਿਆਂਦੀ ਤਾਂ ਨਾ ਹੀ ਕੋਈ ਚਾਹੇਗਾ ਕੋਈ ਪ੍ਰਚਾਰਕ ਵਾਲੇ ਪਾਸੇ ਆਵੇ ਤੇ ਮਨਮਰਜ਼ੀ ਕਰਨਗੇ ਪ੍ਰਬੰਧਕ। ਉਹਨਾਂ ਨੂੰ ਅਕਾਊਂਟੇਬਲ ਬਣਾਉਣਾ ਸਾਡਾ ਫਰਜ਼ ਬਣਦਾ ਹੈ। ਇਸ ਵਾਸਤੇ ਆਓ ਅਸੀਂ ਵੀ ਆਪਣੇ ਆਪ ਨੂੰ ਗੁਰਦੁਆਰੇ ਦਾ ਇੱਕ ਅੰਗ ਸਮਝੀਏ ਅਤੇ ਕੁਝ ਪਰਿਵਰਤਨ ਲਿਆਈਏ। ਫੀਡਬੈਕ ਲਈ 604 603 7555 ਜਾਂ ਫਿਰ ਈਮੇਲ ਰਾਹੀਂ harpreet@akaltv.com ਤੇ ਸੰਪਰਕ ਕਰ ਸਕਦੇ ਹੋ। ਕੋਈ ਵਿਸ਼ਾ ਜਿਸ ਦੇ ਬਾਰੇ ਤੁਸੀਂ ਸਮਝਦੇ ਹੋ ਕਿ ਵਿਚਾਰ ਵਟਾਂਦਰਾ ਕਰਨਾ ਲਾਜ਼ਮੀ ਬਣਦਾ ਹੈ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ। ਨਾਲ ਹੀ ਧੰਨਵਾਦੀ ਅਸੀਂ ਆਪਣੇ ਸਪਾਂਸਰਸ ਅਤੇ ਐਡਵਰਟਾਈਜ਼ਰਸ ਦੇ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ। ਅਸੀਂ ਕਿਸੇ ਗੁਰਦੁਆਰੇ ਨਾਲ, ਅਸੀਂ ਕਿਸੇ ਧੜੇ ਨਾਲ ਨਹੀਂ ਜੁੜੇ, ਇਸੇ ਕਰਕੇ ਬੇਝਿਜਕ ਹੋ ਕੇ ਤੁਹਾਡੇ ਨਾਲ ਇਹ ਇਸ਼ੂਜ਼ ਨੂੰ ਲੈ ਕੇ ਆਉਂਦੇ ਹਾਂ ਤੇ ਤੁਹਾਡੇ ਸਹਿਯੋਗ ਦੀ ਵੀ ਮੰਗ ਕਰਨੇ ਆ। ਇਹਨਾਂ ਪ੍ਰੋਗਰਾਮਸ ਨੂੰ ਹੋਰ ਕਿਵੇਂ ਬਿਹਤਰ ਬਣਾਇਆ ਜਾ ਸਕਦਾ ਹੈ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।